परमेश्वर ਦੀ ਹਜ਼ੂਰੀ ਵਿੱਚ ਬੈਠੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈ ਮਸੀਹ ਦੀ। ਅੱਜ ਸਵੇਰ ਦੇ ਸਮੇਂ ਵਿੱਚ ਆਪਾਂ ਪਰਮੇਸ਼ਰ ਦੀ ਹਜ਼ੂਰੀ ਵਿੱਚ ਇਕੱਠੇ ਹੋਏ ਹਾਂ। ਆਓ ਅੱਜ ਦੇ ਦਿਨ ਦੀ ਕਿਰਪਾ ਦੇ ਲਈ ਪ੍ਰਭੂ ਜੀ ਦਾ ਧੰਨਵਾਦ ਕਰਦੇ ਹੋਏ ਪ੍ਰਾਰਥਨਾ ਕਰੀਏ। ਹਾਲੇਲੂਇਆ 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 ਹਾਲੇਲੂਇਆ। ਧੰਨਵਾਦ 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 ਪਿਤਾ ਪਰਮੇਸ਼ਰ, ਸਰਵ ਸ਼ਕਤੀਮਾਨ ਜਿੰਦਾ ਪਰਮੇਸ਼ਰ, ਤੁਹਾਡਾ ਧੰਨਵਾਦ ਕਰਦੇ ਹਾਂ, ਤੁਹਾਡੀ ਤਾਰੀਫ ਕਰਦੇ ਹਾਂ, ਤੁਹਾਡੇ ਨਾਮ ਨੂੰ ਮਹਿਮਾ ਅਤੇ ਵਡਿਆਈ ਦਿੰਦੇ ਹਾਂ ਮੇਰੇ ਪ੍ਰਭੂ ਜੀ। ਤੁਹਾਡੀ ਪਾਵਨ ਹਜ਼ੂਰੀ ਵਿੱਚ ਝੁਕਦੇ ਹਾਂ ਮੇਰੇ ਪਿਤਾ ਪਰਮੇਸ਼ਰ। ਅੱਜ ਦੇ ਸੁੰਦਰ ਦਿਨ ਦੇ ਲਈ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ। ਰਾਤ ਭਰ ਤੁਸੀਂ ਸਾਨੂੰ ਸੰਭਾਲ ਕੇ ਰੱਖਿਆ ਮੇਰੇ ਪ੍ਰਭੂ ਜੀ, ਮਿੱਠੀ ਪਿਆਰੀ ਨੀਂਦ ਦਿੱਤੀ ਮੇਰੇ ਪਿਤਾ ਪਰਮੇਸ਼ਰ। ਪ੍ਰਭੂ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ। ਅਸੀਂ ਆਪਣੇ ਦਿਨ ਦੇ ਸਾਰੇ ਭਲਾਂ ਨੂੰ ਤੁਹਾਡੇ ਤਾਕਤਵਰ ਹੱਥਾਂ ਵਿੱਚ ਸੌਂਪ ਦਿੰਦੇ ਹਾਂ। ਅਸੀਂ ਵਿਸ਼ਵਾਸ ਕਰਦੇ ਕਿ ਜਿੱਦਾਂ ਰਾਤ ਦੇ ਵੇਲੇ ਤੁਸੀਂ ਸਾਨੂੰ ਸੰਭਾਲ ਕੇ ਰੱਖਿਆ, ਦਿਨ ਦੇ ਵੇਲੇ ਵੀ ਤੁਸੀਂ ਸਾਨੂੰ ਸੰਭਾਲ ਕੇ ਰੱਖੋਗੇ ਪਿਤਾ। ਆਪਣੇ ਸਵਰਗ ਦੂਤਾਂ ਨੂੰ ਸਾਡੇ ਲਈ ਹੁਕਮ ਦਿਓ ਕਿ ਉਹ ਸਾਡੇ ਸਾਰੇ ਰਾਸਤੇ ਵਿੱਚ ਸਾਡੀ ਮਦਦ ਸਹਾਇਤਾ ਕਰਨ। ਹਰ ਇੱਕ ਖਤਰੇ, ਮੁਸੀਬਤ, ਦੁਰਘਟਨਾ, ਪਰੇਸ਼ਾਨੀ ਔਰ ਬਿਮਾਰੀ ਤੋਂ ਸਾਨੂੰ ਬਚਾ ਕੇ ਰੱਖਣ ਪਿਤਾ। ਅਸੀਂ ਅੱਜ ਆਪਣੇ ਦਿਨ ਦੀ ਸ਼ੁਰੂਆਤ ਤੁਹਾਡੇ ਪਵਿੱਤਰ ਵਚਨ ਦੇ ਨਾਲ ਕਰਨ ਜਾ ਰਹੇ ਹਾਂ ਮੇਰੇ ਪ੍ਰਭੂ ਜੀ। ਪਿਤਾ, ਅੱਜ ਦਾ ਦਿੱਤਾ ਹੋਇਆ ਤੁਹਾਡਾ ਇਹ ਖਾਸ ਵਚਨ ਸਾਡੇ ਹਿਰਦਿਆਂ ਦੇ ਅੰਦਰ ਜਮ੍ਹਾਂ ਹੋ ਜਾਵੇ ਔਰ ਸਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਪ੍ਰਭੂ ਜੀ। ਕੋਈ ਵੀ ਸ਼ੈਤਾਨ ਦੀ ਸ਼ਕਤੀ ਇਸ ਸੁੰਦਰ ਸਮੇਂ ਨੂੰ, ਇਸ ਪਾਕ ਵਚਨ ਨੂੰ ਸਾਡੇ ਕੋਲੋਂ ਚੁਰਾ ਨਾ ਪਾਵੇ। ਔਰ ਪ੍ਰਭੂ ਜੀ, ਜੋ ਵੀ ਜਨ ਇਸ ਪਾਕ ਵਚਨ ਨੂੰ ਸੁਣੇ ਉਹ ਤੁਹਾਡੇ ਨਾਮ ਵਿੱਚ ਵਾਧਾ ਔਰ ਤਰੱਕੀ ਕਰਦਾ ਜਾਵੇ। ਅਸੀਂ ਇਹ ਮੰਗਦੇ ਹਾਂ ਸਾਡੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਵਿੱਚ, ਆਮੀਨ। ਸਭ ਤੋਂ ਪਹਿਲਾਂ ਅਸੀਂ ਪਰਮੇਸ਼ਰ ਦੀ ਮਹਿਮਾ ਦੇ ਲਈ ਦੋ ਗਵਾਹੀਆਂ ਨੂੰ ਸੁਣਾਂਗੇ। ਸਭ ਨੂੰ ਜੈ ਮਸੀਹ ਦੀ। ਸਿਸਟਰ ਜੀ ਨੂੰ ਜੈ ਮਸੀਹ ਦੀ। ਔਰ ਜਿਵੇਂ ਕਿ ਸਿਸਟਰ ਜੀ ਡੇਲੀ ਪ੍ਰਾਰਥਨਾ ਸ਼ਾਮ ਦੀ ਔਰ ਸਵੇਰ ਦੀ ਪ੍ਰਾਰਥਨਾ ਕਰਦੇ ਨੇ, ਔਰ ਉਸ ਦੇ ਵਿੱਚ ਇਹਨਾਂ ਦਾ 25 ਤਰੀਕ ਦਾ ਵਿਸ਼ਾ ਸੀ ਕਾਰੋਬਾਰ ਦੇ ਲਈ। ਔਰ ਮੈਂ ਇਹਨਾਂ ਨੂੰ ਫ਼ੋਨ ਕਰਕੇ ਆਪਣੀ ਪ੍ਰੇਅਰ ਰਿਕੁਐਸਟ ਲਿਖਵਾਈ ਕਿ ਮੇਰੇ ਬ੍ਰਦਰ ਦਾ ਕਾਰੋਬਾਰ ਬਹੁਤ ਹੀ ਜ਼ਿਆਦਾ ਡਾਊਨ ਆ। ਉਹਨਾਂ ਦਾ ਮਤਲਬ ਦੁਕਾਨ ਦਾ ਕਾਰੋਬਾਰ ਬਿਲਕੁਲ ਹੀ ਨਹੀਂ ਚੱਲਦਾ। ਤਾਂ ਇੱਕ ਉਹ ਨਾਈਟ 'ਤੇ ਜਾਂਦੇ ਸੀ ਸਿਕਿਉਰਿਟੀ ਗਾਰਡ ਦੇ ਕੰਮ 'ਚ, ਤਾਂ ਉਹਨਾਂ ਦਾ ਉਹ ਵੀ ਕੰਮਕਾਰ ਜਿਹੜਾ ਸੀ ਛੁੱਟ ਚੁੱਕਾ ਸੀ। ਔਰ ਮੈਂ ਸਿਸਟਰ ਜੀ ਨੂੰ ਕਾਲ ਕਰਕੇ ਆਪਣਾ ਪ੍ਰੇਅਰ ਰਿਕੁਐਸਟ ਲਿਖਵਾਈ ਔਰ ਇਹਨਾਂ ਨੇ ਉਸ ਦਾ ਨਾਮ ਲਿਖਿਆ ਔਰ ਸੁਬਹ ਜੋ ਪ੍ਰਾਰਥਨਾ ਕੀਤੀ ਉਸ ਦੇ ਵਿੱਚ ਉਹਨਾਂ ਦਾ ਨਾਮ ਬੋਲਿਆ। ਤਾਂ ਪ੍ਰਭੂ ਨੇ ਉਹਨਾਂ ਦੀ ਸਿਸਟਰ ਦੀ ਪ੍ਰਾਰਥਨਾ ਨੂੰ ਸੁਣਿਆ। ਔਰ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਕਿ ਅੱਜ ਮੇਰੇ ਭਰਾ ਮੇਰੇ ਦਾ ਕਾਰੋਬਾਰ ਜੋ ਆ ਉਹ ਚੱਲ ਚੁੱਕਾ ਆ। ਮੈਂ ਬਹੁਤ ਬਹੁਤ ਧੰਨਵਾਦ ਕਰਦਾ ਪ੍ਰਭੂ ਯਿਸੂ ਮਸੀਹ ਦਾ, ਔਰ ਸਿਸਟਰ ਜੀ ਦਾ ਵੀ ਧੰਨਵਾਦ ਕਰਦਾ। ਸਾਰਿਆਂ ਨੂੰ ਜੈ ਮਸੀਹ ਦੀ। ਮੈਂ ASI ਪੰਜਾਬ ਪੁਲਿਸ ਕੁਲਵੰਤ ਸਿੰਘ, ਪਿੰਡ ਬੋਹਾ, ਡਿਸਟ੍ਰਿਕਟ ਮਾਨਸਾ ਤੋਂ। ਮੈਂ ਪਰਮੇਸ਼ਰ ਦੀ ਗਵਾਹੀ ਦਿੰਦਾ ਕਿ ਮੈਂ ਇੱਕ ਛੋਟੀ ਜਿਹੀ ਕੁੱਤੀ ਰੱਖੀ ਸੀ ਜੋ ਬੱਚੇ ਪਾਪਾ ਰੱਖਦੇ ਨੇ ਸ਼ੌਂਕ ਤੌਰ 'ਤੇ। ਹੁਣ 2-3 ਮਹੀਨੇ ਹੋ ਗਏ ਮੇਰੇ ਕੋਲ ਆਈ ਨੂੰ, 1.5 ਮਹੀਨਾ, ਅਤੇ ਉਹ 5-10 ਦਿਨਾਂ ਤੋਂ ਬਿਮਾਰ ਸੀ। ਅਸੀਂ ਉਹਦੇ ਵਾਸਤੇ ਪ੍ਰਾਰਥਨਾ ਕਰਵਾਈ ਅਤੇ ਆਪ ਵੀ ਪ੍ਰਾਰਥਨਾ ਕੀਤੀ ਪ੍ਰਭੂ ਦੇ ਸੇਵਕ ਹੋਣ ਦੇ ਨਾਤੇ। ਅਤੇ ਉਹ ਮੇਰੀ ਡੋਗੀ ਨੂੰ ਮੈਂ ਪ੍ਰਭੂ ਅੱਗੇ ਅਰਦਾਸ ਕਰਦਾ ਅਤੇ ਉਹ ਡੋਗੀ ਮੇਰੀ ਕੁਛ ਅੱਗੇ ਨੂੰ ਠੀਕ ਹੋ 90% ਠੀਕ ਹੋ ਗਈ ਹੈ, ਜਿਹਦੀਆਂ ਵੀਡੀਓ ਮੈਂ ਵਿੱਚ ਭੇਜ ਰਿਹਾ। ਮੈਂ ਪਰਮੇਸ਼ਰ ਦਾ ਧੰਨਵਾਦ ਕਰਦਾ। ਪਰਮੇਸ਼ਰ ਹਰ ਇੱਕ ਦੀ ਇਸੇ ਤਰ੍ਹਾਂ ਸੁਣੇ। ਅੱਜ ਆਪਾਂ ਵਿਭਚਾਰ ਦੇ ਬਾਰੇ ਜਾਣਾਂਗੇ ਕਿ ਵਿਭਚਾਰ ਕੀ ਆ ਔਰ ਉਹ ਕਿੱਦਾਂ ਹੁੰਦਾ ਔਰ ਪਰਮੇਸ਼ਰ ਦਾ ਉਸ ਬਾਰੇ ਕੀ ਕਹਿਣਾ ਆ। ਉਹ ਜਾਣਨ ਦੇ ਲਈ ਸਭ ਤੋਂ ਪਹਿਲਾਂ ਅਸੀਂ ਵਚਨ 'ਚੋਂ ਪੜ੍ਹਾਂਗੇ ਪਹਿਲਾ ਕੁਰਿੰਥੀਆਂ ਉਹਦੇ 6 ਨੰਬਰ ਅਧਿਆਇ ਦੀ 18 ਨੰਬਰ ਆਇਤ ਨੂੰ। ਹਰਾਮਕਾਰੀ ਤੋਂ ਭੱਜੋ। ਹਰੇਕ ਪਾਪ ਜੋ ਮਨੁੱਖ ਕਰਦਾ ਹੈ ਸੋ ਸਰੀਰ ਦੇ ਬਾਹਰ ਹੈ, ਪਰ ਜਿਹੜਾ ਹਰਾਮਕਾਰੀ ਕਰਦਾ ਹੈ ਉਹ ਆਪਣੇ ਸਰੀਰ ਹੀ ਦਾ ਪਾਪ ਕਰਦਾ ਹੈ। ਹਾਲੇਲੂਇਆ। ਪਰਮੇਸ਼ਰ ਦਾ ਵਚਨ ਸਭ ਤੋਂ ਪਹਿਲਾਂ ਕੀ ਕਹਿੰਦਾ ਕਿ ਹਰਾਮਕਾਰੀ ਤੋਂ ਭੱਜੋ, ਵਿਭਚਾਰ ਤੋਂ ਭੱਜੋ। ਪਰਾਏ ਮਰਦ ਔਰ ਪਰਾਈ ਔਰਤ ਦੀ ਇੱਛਾ ਰੱਖਣੀ ਬੰਦ ਕਰੋ, ਕਿਉਂਕਿ ਇਹ ਪਾਪ ਆ। ਦੂਸਰਾ ਪਾਪ ਜੇ ਅਸੀਂ ਕੋਈ ਕਰਦੇ, ਅਸੀਂ ਕੋਈ ਚੋਰੀ ਕਰਦੇ, ਅਸੀਂ ਕਿਸੇ ਨਾਲ ਮਾਰਪਿੱਟ ਕਰਦੇ, ਉਹ ਸਰੀਰ ਤੋਂ ਬਾਹਰ ਆ। ਪਰ ਕਹਿੰਦੇ ਤੁਸੀਂ ਆਪਣੇ ਸਰੀਰ ਦਾ ਹੀ ਪਾਪ ਕਰਦੇ ਹੋ ਜਦ ਤੁਸੀਂ ਵਿਭਚਾਰ ਜਾਂ ਹਰਾਮਕਾਰੀ ਕਰਦੇ ਹੋ, ਕਿਉਂਕਿ ਇਹ ਸਰੀਰ ਪਰਮੇਸ਼ਰ ਦੀ ਪਵਿੱਤਰ ਹੈਕਲ ਆ। ਔਰ ਤੁਸੀਂ ਇਸ ਗੰਦੇ ਕੰਮ ਨੂੰ ਕਰਕੇ ਆਪਣੇ ਸਰੀਰ ਨੂੰ ਅਪਵਿੱਤਰ ਕਰਦੇ ਆ, ਇਸ ਹੈਕਲ ਨੂੰ ਅਸ਼ੁੱਧ ਕਰਦੇ ਆ, ਜੋ ਕਿ ਪ੍ਰਭੂ ਦੀ ਨਿਗਾਹ ਦੇ ਵਿੱਚ ਬਹੁਤ ਵੱਡਾ ਪਾਪ ਆ। ਇਸ ਲਈ ਵਚਨ ਕਹਿੰਦਾ ਇਸ ਵਿਭਚਾਰ ਤੋਂ, ਹਰਾਮਕਾਰੀ ਤੋਂ, ਆਪਣੇ ਸਰੀਰ ਦਾ ਪਾਪ ਕਰਨ ਤੋਂ ਬਚੋ, ਭੱਜੋ ਇਸ ਕੰਮ ਤੋਂ, ਕਿਉਂਕਿ ਇਹ ਤੁਹਾਡੇ ਲਈ ਸਹੀ ਨਹੀਂ ਆ। ਕਿਹੋ ਜਿਹਾ ਪਾਪ ਹੁੰਦਾ, ਕੀ ਪਾਪ ਹੁੰਦਾ, ਵਿਭਚਾਰ ਕਿੱਦਾਂ ਹੁੰਦਾ, ਉਹ ਜਾਣਨ ਦੇ ਲਈ ਅਸੀਂ ਵਚਨ 'ਚੋਂ ਪੜ੍ਹਾਂਗੇ ਲੂਕਾ 16 ਉਹਦੀ 18 ਨੰਬਰ ਆਇਤ ਨੂੰ। ਹਰੇਕ ਜੋ ਆਪਣੀ ਪਤਨੀ ਨੂੰ ਤਿਆਗ ਕੇ ਦੂਜੀ ਨਾਲ ਵਿਆਹ ਕਰੇ ਸੋ ਵਿਭਚਾਰ ਕਰਦਾ, ਅਤੇ ਜਿਹੜਾ ਪਤੀ ਦੀ ਤਿਆਗੀ ਹੋਈ ਔਰਤ ਨੂੰ ਵਿਆਹੇ ਉਹ ਵੀ ਵਿਭਚਾਰ ਕਰਦਾ ਹੈ। ਹਾਲੇਲੂਇਆ। ਵਿਭਚਾਰ ਕਿੱਦਾਂ ਹੁੰਦਾ ਸੀ ਵਚਨ 'ਚੋਂ ਜਾਣਿਆ ਕਿ ਕਿਸੇ ਹੋਰ ਦੀ ਪਤਨੀ ਨੂੰ ਆਪਣੇ ਲਈ ਵਿਆਹ ਕੇ ਲਿਆਉਣਾ ਇਹ ਵਿਭਚਾਰ ਆ। ਜਦ ਕਿ ਉਸਦਾ ਪਤੀ ਹੈਗਾ ਆ ਫਿਰ ਵੀ ਤੁਸੀਂ ਉਹਨੂੰ ਵਿਆਹ ਕੇ ਲਿਆਏ ਤਾਂ ਵੀ ਤੁਸੀਂ ਵਿਭਚਾਰ ਕਰਦੇ। ਅਗਰ ਤੁਹਾਡੀ ਪਤਨੀ ਹੈਗੀ ਤਾਂ ਤੁਸੀਂ ਕਿਸੇ ਹੋਰ ਦੀ ਪਤਨੀ ਨੂੰ ਵਿਆਹ ਕੇ ਲਿਆਏ ਉਹ ਵੀ ਵਿਭਚਾਰ ਆ। ਪਰ ਜੇ ਕਿਸੇ ਨੇ ਆਪਣੀ ਪਤਨੀ ਨੂੰ ਛੱਡਿਆ ਆ, ਪਰ ਉਹਨੂੰ ਛੱਡਿਆ ਕਿਸ ਦੋਸ਼ ਕਰਕੇ ਆ, ਜੇ ਤਾਂ ਉਹਦਾ ਪਤੀ ਉਹਨੂੰ ਕੁੱਟਮਾਰ ਕਰਦਾ ਸੀ ਇਸ ਕਰਕੇ ਉਹਨੂੰ ਛੱਡਿਆ, ਫਿਰ ਤੁਸੀਂ ਵਿਆਹ ਕਰਾ ਸਕਦੇ ਹੋ। ਪਰ ਜੇ ਉਹਨੇ ਹਰਾਮਕਾਰੀ ਦੇ ਦੋਸ਼ ਨਾਲ ਹੀ ਉਹਨੂੰ ਛੱਡਿਆ, ਜੇ ਉਹ ਔਰਤ ਨੂੰ ਉਹਨੇ ਵਿਭਚਾਰ ਕਰਦੀ ਨੂੰ ਫੜਿਆ ਤੇ ਫਿਰ ਛੱਡਿਆ, ਫਿਰ ਤੁਸੀਂ ਵੀ ਪਾਪੀ ਆ ਤੇ ਉਹ ਔਰਤ ਵੀ ਪਾਪੀ ਆ।
ਇੱਕ ਵਿਭਚਾਰ ਦੇ ਦੁਆਰਾ ਤੁਸੀਂ ਕਿੰਨੇ ਪਰਿਵਾਰਾਂ ਦੀ ਜ਼ਿੰਦਗੀ ਖਰਾਬ ਕੀਤੀ, ਔਰ ਇਹ ਵਿਭਚਾਰ ਪਰਮੇਸ਼ਰ ਦੀ ਹੈਕਲ ਨੂੰ ਅਪਵਿੱਤਰ ਕਰਦਾ, ਜਿਹੜਾ ਸਭ ਤੋਂ ਵੱਡਾ ਤੇ ਘਿਨਾਉਣਾ ਪਾਪ ਆ। ਪ੍ਰਭੂ ਕਹਿੰਦਾ ਮੇਰੀ ਪਵਿੱਤਰ ਹੈਕਲ ਦੇ ਵਿੱਚ ਪਰਮੇਸ਼ਰ ਦੀ ਵਡਿਆਈ ਦੇ ਕੰਮ ਹੋਣ, ਪਰ ਇਹ ਹਰਾਮਕਾਰੀ ਔਰ ਵਿਭਚਾਰ ਉਸ ਪਰਮੇਸ਼ਰ ਦੀ ਹੈਕਲ ਨੂੰ ਪੂਰੇ ਤਰੀਕੇ ਦੇ ਨਾਲ ਬਰਬਾਦ ਕਰਦਾ ਆ। ਇਹ ਤਾਂ ਆਦਮੀ ਦੇ ਲਈ ਸੀ, ਪਰ ਇੱਕ ਔਰਤ ਦੇ ਲਈ ਪਰਮੇਸ਼ਰ ਵਚਨ ਕੀ ਦੱਸਦਾ, ਵਚਨ 'ਚੋਂ ਦੇਖਾਂਗੇ ਰੋਮੀਆਂ 7:3 ਆਇਤ ਨੂੰ, ਪਰ ਜੇ ਉਹ ਆਪਣੇ ਪਤੀ ਦੇ ਜਿਉਂਦੇ ਜੀ ਦੂਜੇ ਦੀ ਹੋ ਜਾਵੇ ਤਾਂ ਉਹ ਵਿਭਚਾਰਨ ਕਹਾਵੇਗੀ। ਇੱਕ ਔਰਤ ਵੀ ਆਪਣੇ ਪਤੀ ਦੇ ਹੁੰਦੇ ਕਿਸੇ ਪਰਾਏ ਮਰਦ ਦੀ ਅਗਰ ਲਾਲਸਾ ਰੱਖਦੀ ਆ ਤਾਂ ਉਹ ਵਿਭਚਾਰਨ ਆ। ਵਿਭਚਾਰ ਕਰਨਾ ਪਰਮੇਸ਼ਰ ਦੀ ਨਿਗਾਹ ਦੇ ਵਿੱਚ ਵੱਡਾ ਤੇ ਭੈੜਾ ਕੰਮ ਆ। ਪਰ ਇਹ ਤਾਂ ਅਸੀਂ ਵਚਨ 'ਚੋਂ ਜਾਣਿਆ ਕਿ ਜਦ ਕੋਈ ਔਰਤ ਕਿਸੇ ਮਰਦ ਦੇ ਨਾਲ ਵਿਆਹ ਕਰਾਉਂਦੀ ਆਪਣੇ ਪਤੀ ਦੇ ਹੁੰਦੇ, ਜਾਂ ਫਿਰ ਕੋਈ ਮਰਦ ਆਪਣੀ ਪਤਨੀ ਦੇ ਹੁੰਦੇ ਕਿਸੇ ਹੋਰ ਦੀ ਪਤਨੀ ਨਾਲ ਵਿਆਹ ਕਰਾਉਂਦਾ, ਤਾਂ ਉਹ ਵਿਭਚਾਰ ਕਰਦਾ ਆ। ਪਰ ਹੋਰ ਕਿਸ ਤਰ੍ਹਾਂ ਦਾ ਵਿਭਚਾਰ ਹੋ ਸਕਦਾ, ਉਹ ਵਚਨ 'ਚੋਂ ਅਸੀਂ ਪੜਾਂਗੇ ਮਤੀ 5:27 ਔਰ 28 ਆਇਤ ਨੂੰ। ਤੁਸੀਂ ਸੁਣਿਆ ਹੈ ਜੋ ਇਹ ਕਿਹਾ ਗਿਆ ਸੀ ਕਿ ਤੂੰ ਵਿਭਚਾਰ ਨਾ ਕਰ, ਪਰ ਮੈਂ ਤੁਹਾਨੂੰ ਆਖਦਾ ਹਾਂ ਜੇ ਕੋਈ ਕਿਸੇ ਔਰਤ ਨੂੰ ਬੁਰੀ ਕਾਮਨਾ ਨਾਲ ਵੇਖਦਾ ਹੈ, ਉਹ ਉਸੇ ਵੇਲੇ ਹੀ ਆਪਣੇ ਮਨੋਂ ਉਸ ਦੇ ਨਾਲ ਵਿਭਚਾਰ ਕਰ ਚੁੱਕਿਆ ਹੈ। ਹਾਲੇਲੂਇਆ। ਹੁਣ ਵਚਨ ਸਾਨੂੰ ਦੱਸਦਾ ਕਿ ਸਿਰਫ ਕਿਸੇ ਦੇ ਨਾਲ ਵਿਆਹ ਕਰਾ ਲੈਣਾ, ਪਰਾਈ ਔਰਤ ਦੇ ਨਾਲ ਜਾਂ ਪਰਾਏ ਮਰਦ ਦੇ ਨਾਲ ਵਿਆਹ ਕਰਾ ਲੈਣਾ ਹੀ ਵਿਭਚਾਰ ਨਹੀਂ ਹੈਗਾ। ਤੁਸੀਂ ਆਪਣੇ ਮਨ ਦੇ ਵਿੱਚ ਵਿਭਚਾਰ ਕੀਤਾ ਜਦੋਂ ਤੁਸੀਂ ਕਿਸੇ ਹੋਰ ਔਰਤ ਨੂੰ ਜਾਂ ਕਿਸੇ ਮਰਦ ਨੂੰ ਬੁਰੀ ਕਾਮਨਾ ਦੇ ਨਾਲ ਵੇਖਿਆ। ਇਹ ਵਿਭਚਾਰ ਸਿਰਫ ਮਰਦਾਂ 'ਚ ਨਹੀਂ, ਔਰਤਾਂ ਦੇ ਵਿੱਚ ਵੀ ਹੁੰਦਾ। ਇਸ ਲਈ ਕਦੇ ਵੀ ਇਸ ਚੀਜ਼ ਨੂੰ ਜੱਜ ਨਾ ਕਰੋ। ਵਚਨ ਸਾਨੂੰ ਦੱਸਦਾ ਕਿ ਕਿਸੇ ਹੋਰ ਨੂੰ, ਕਿਸੇ ਪਰਾਏ ਨੂੰ ਜੋ ਤੁਹਾਡਾ ਨਹੀਂ ਆ, ਉਹਨੂੰ ਬੁਰੀ ਨਿਗਾਹ ਦੇ ਨਾਲ ਵੇਖਣਾ ਤਾਂ ਮਤਲਬ ਤੁਸੀਂ ਉਹਦੇ ਨਾਲ ਵਿਭਚਾਰ ਕਰ ਚੁੱਕੇ ਆ। ਔਰ ਵਿਭਚਾਰ ਚਾਹੇ ਸਰੀਰਕ ਆ ਚਾਹੇ ਮਨੋਂ ਆ, ਉਹ ਵਿਭਚਾਰ ਹੀ ਆ। ਔਰ ਵਿਭਚਾਰ ਦੀ ਸਜ਼ਾ ਕੀ ਹੋਵੇਗੀ, ਕੀ ਦੋਸ਼ ਹੋਵੇਗਾ ਵਿਭਚਾਰ ਦਾ, ਕੀ ਮਿਲੇਗਾ ਸਾਨੂੰ ਵਿਭਚਾਰ ਕਰਕੇ, ਅਸੀਂ ਵਚਨ 'ਚੋਂ ਪੜਾਂਗੇ। ਪਹਿਲਾ ਕੁਰਿੰਥੀਆਂ ਉਹਦੇ 6 ਅਧਿਆਇ ਦੀ 9 ਆਇਤ ਨੂੰ, ਅਥਵਾ ਤੁਸੀਂ ਨਹੀਂ ਜਾਣਦੇ ਕਿ ਕੁਧਰਮੀ ਲੋਕ ਪਰਮੇਸ਼ਰ ਦੇ ਰਾਜ ਦੇ ਅਧਿਕਾਰੀ ਨਹੀਂ ਹੋਣਗੇ। ਧੋਖਾ ਨਾ ਖਾਓ, ਨਾ ਹਰਾਮਕਾਰ, ਨਾ ਮੂਰਤੀ ਪੂਜਕ, ਨਾ ਵਿਭਚਾਰੀ, ਨਾ ਜਨਾਨੜੇ, ਨਾ ਮੁੰਡੇਬਾਜ਼। ਹਾਲੇਲੂਇਆ। ਇਹ ਸਾਰੇ ਦੇ ਸਾਰੇ ਕੀ ਹੋਣਗੇ? ਪਰਮੇਸ਼ਰ ਦੇ ਰਾਜ ਤੋਂ ਬਾਹਰ ਹੋਣਗੇ। ਇਹ ਪਰਮੇਸ਼ਰ ਦੇ ਰਾਜ ਦੇ ਅਧਿਕਾਰੀ ਨਾ ਹੋਣਗੇ ਜਿਹੜੇ ਮੂਰਤੀ ਪੂਜਾ ਕਰਦੇ ਆ, ਜਿਹੜੇ ਹੋਰਨਾਂ ਦੇਵਤਿਆਂ ਦੇ ਪਿੱਛੇ ਭੱਜਦੇ ਆ। ਪਰਮੇਸ਼ਰ ਕੌਣ ਆ? ਯਹੋਵਾ ਹੀ ਪਰਮੇਸ਼ਰ ਆ। ਪਰ ਜਿਹੜੇ ਹੋਰਨਾਂ ਦੇਵਤਿਆਂ ਪਿੱਛੇ ਭੱਜਦੇ ਆ, ਜਿਹੜੇ ਵਿਭਚਾਰ ਕਰਦੇ, ਪਰਾਈ ਔਰਤ ਪਿੱਛੇ ਭੱਜਦੇ ਆ, ਜਿਹੜੇ ਹਰਾਮਕਾਰੀ ਔਰ ਗਲਤ ਕੰਮ ਕਰਦੇ ਆ, ਇਹ ਸਾਰੇ ਦੇ ਸਾਰੇ ਹੀ ਕੁਧਰਮੀ ਆ। ਔਰ ਕੁਧਰਮੀ ਲੋਕ ਪ੍ਰਭੂ ਦੇ ਰਾਜ ਦੇ ਅਧਿਕਾਰੀ ਨਾ ਹੋਣਗੇ। ਹਾਲੇਲੂਇਆ। ਕਿਉਂਕਿ ਅਸੀਂ ਵਚਨ 'ਚੋਂ ਜਾਣਿਆ ਆ ਕਿ ਕਿਸੇ ਨੂੰ ਗ੍ਰਹਿਣ ਕਰਨਾ, ਕਿਸੇ ਨੂੰ ਤਿਆਗਣਾ ਜਾਂ ਫਿਰ ਕਿਸੇ ਨੂੰ ਆਪਣੇ ਲਈ ਚੁਣ ਲੈਣਾ, ਉਸ ਨੂੰ ਜੋ ਹਰਾਮਕਾਰ ਤੇ ਵਿਭਚਾਰੀ ਆ। ਅਸੀਂ ਖੁਦ ਵਿਭਚਾਰ ਕਰਦੇ, ਉਹਨੂੰ ਵਿਭਚਾਰ 'ਚ ਪਾਉਣੇ। ਔਰ ਬੁਰੀ ਨਜ਼ਰ ਦੇ ਨਾਲ ਕਿਸੇ ਨੂੰ ਵੇਖਣਾ, ਇਹ ਵੀ ਵਿਭਚਾਰ ਆ। ਜਦ ਅਸੀਂ ਇਸ ਬੁਰੇ ਵਿਭਚਾਰ ਦੇ ਬੰਧਨ ਦੇ ਵਿੱਚ ਫਸੇ ਹੋਏ ਆ ਤਾਂ ਕਹਿੰਦਾ ਇਸ ਭਰਮ ਦੇ ਵਿੱਚ ਨਾ ਰਵੋ। ਕਹਿੰਦਾ ਧੋਖਾ ਨਾ ਖਾਓ ਕਿ ਤੁਸੀਂ ਸਵਰਗ ਵਿੱਚ ਜਾਓਗੇ। ਵਚਨ ਸਾਨੂੰ ਦੱਸਦਾ ਕਿ ਇਹ ਸਾਰੇ ਜਿਹੜੇ ਇਹ ਸਾਰੇ ਕੁਧਰਮ ਕਰਦੇ ਆ, ਉਹ ਸਾਰੇ ਦੇ ਸਾਰੇ ਪਰਮੇਸ਼ਰ ਦੇ ਰਾਜ ਦੇ ਅਧਿਕਾਰੀ ਨਾ ਹੋਣਗੇ। ਹਾਲੇਲੂਇਆ। ਤਾਂ ਕਦੇ ਵੀ ਇੱਕ ਇਨਸਾਨ ਜਿਹੜਾ ਇਹ ਸਾਰੇ ਪਾਪ ਕਰ ਰਿਹਾ, ਜਿਹੜਾ ਮੂਰਤੀ ਪੂਜਾ ਕਰ ਰਿਹਾ, ਯਿਸੂ ਮਸੀਹ ਨੂੰ ਗ੍ਰਹਿਣ ਕਰਨ ਤੋਂ ਬਾਅਦ ਵੀ, ਜੋ ਹਰਾਮਕਾਰੀ ਕਰ ਰਿਹਾ, ਪਰਮੇਸ਼ਰ ਦੇ ਵਚਨ ਨੂੰ ਜਾਣਨ ਤੋਂ ਬਾਅਦ ਵੀ, ਜੋ ਵਿਭਚਾਰ ਕਰ ਰਿਹਾ ਔਰ ਹਰ ਤਰ੍ਹਾਂ ਦਾ ਗੰਦਮੰਦ ਉਹਦੇ ਮਨ, ਉਹਦੇ ਸਰੀਰ ਦੇ ਅੰਦਰ ਚੱਲਦਾ, ਤਾਂ ਉਹ ਇਸ ਵਹਿਮ ਦੇ ਵਿੱਚ ਨਾ ਰਵੇ ਕਿ ਮੈਂ ਸਵਰਗ ਜਾਵਾਂਗਾ। ਵਚਨ ਕਹਿੰਦਾ ਮੂਰਤੀ ਪੂਜਕ, ਹਰਾਮਕਾਰੀ, ਵਿਭਚਾਰੀ ਇਸ ਪਰਮੇਸ਼ਰ ਦੇ ਰਾਜ ਵਿੱਚ ਨਾ ਵੜ ਸਕਣਗੇ। ਪਰ ਹਜੇ ਪਰਮੇਸ਼ਰ ਸਾਨੂੰ ਫਿਰ ਵੀ ਇੱਕ ਮੌਕਾ ਦੇ ਰਿਹਾ। ਔਰ ਸਾਨੂੰ ਕੀ ਕਹਿ ਰਿਹਾ ਉਹ ਅਸੀਂ ਵਚਨ 'ਚੋਂ ਪੜਾਂਗੇ। ਪਹਿਲਾ ਥੈਸਲੋਨੀਕੀਆਂ ਉਹਦੇ 4 ਅਧਿਆਇ ਦੀ 3 ਆਇਤ ਨੂੰ, ਪਰਮੇਸ਼ਰ ਦੀ ਇੱਛਾ ਹੈ ਕਿ ਤੁਸੀਂ ਪਵਿੱਤਰ ਹੋਵੋ ਅਤੇ ਤੁਸੀਂ ਹਰਾਮਕਾਰੀ ਤੋਂ ਬਚੇ ਰਹੋ। ਹਾਲੇਲੂਇਆ। ਪ੍ਰਭੂ ਸਾਨੂੰ ਕੀ ਕਹਿੰਦੇ ਕਿ ਪਵਿੱਤਰ ਹੋ ਜਾਓ, ਹਜੇ ਵੀ ਮੌਕਾ ਆ। ਕਹਿੰਦਾ ਜਦ ਤੁਸੀਂ ਸੱਚੇ ਮਨ ਦੇ ਨਾਲ ਆਪਣੇ ਗਲਤੀਆਂ, ਗੁਨਾਹਾਂ, ਪਾਪਾਂ ਤੋਂ ਤੌਬਾ ਕਰੋ ਅਤੇ ਆਪਣੇ ਬੁਰੇ ਰਾਹਾਂ ਤੋਂ ਮੁੜ ਆਓ ਅਤੇ ਦਿਲ ਤੋਂ ਉਸ ਪਰਮੇਸ਼ਰ ਅੱਗੇ ਝੁਕੋ ਅਤੇ ਆਪਣੇ ਗੁਨਾਹਾਂ ਦਾ ਇਕਰਾਰ ਕਰੋ, ਤਾਂ ਪਰਮੇਸ਼ਰ ਵਫਾਦਾਰ ਅਤੇ ਧਰਮੀ ਆ, ਜਿਹੜਾ ਤੁਹਾਨੂੰ ਤੁਹਾਡੇ ਸਾਰੇ ਪਾਪ ਤੋਂ ਸ਼ੁੱਧ ਕਰੇਗਾ। ਤਾਂ ਅੱਜ ਪਰਮੇਸ਼ਰ ਸਾਰਿਆਂ ਨੂੰ ਕਹਿ ਰਿਹਾ
ਜਿਨ੍ਹਾਂ ਨੇ ਅੱਜ ਦੇ ਇਸ ਵਚਨ ਨੂੰ ਸੁਣਿਆ, ਜੇ ਉਹ ਆਪਣੇ ਅੰਦਰ ਇਸ ਗੁਨਾਹ ਨੂੰ, ਇਸ ਅਪਰਾਧ ਨੂੰ ਵੇਖ ਰਹੇ ਆ, ਤਾਂ ਉਹ ਇਸੇ ਘੜੀ ਤੌਬਾ ਕਰਨ, ਇਸੇ ਘੜੀ ਆਪਣੇ ਆਪ ਨੂੰ ਨਮਰ ਕਰਨ, ਝੁਕਾ ਲੈਣ ਉਸ ਪਰਮੇਸ਼ਰ ਅੱਗੇ, ਕਿਉਂਕਿ ਇਹ ਵੱਡਾ ਪਾਪ ਆ, ਇਹ ਬਹੁਤ ਘਿਨਾਉਣਾ ਪਾਪ ਆ, ਜਿਹਦੇ ਦੁਆਰਾ ਤੁਸੀਂ ਸਿਰਫ ਆਪਣੇ ਉੱਤੇ ਨਹੀਂ ਬਲਕਿ ਪਰਮੇਸ਼ਰ ਦੀ ਹੈਕਲ ਦੇ ਉੱਤੇ ਵੀ ਦਾਗ ਲਵਾ ਰਹੇ ਹੋ। ਤਾਂ ਇਸ ਪਰਮੇਸ਼ਰ ਦੀ ਪਵਿੱਤਰ ਹੈਕਲ ਦੇ ਵਿੱਚ ਅਸੀਂ ਜਾਣਦੇ ਕਿ ਜਦੋਂ ਯਿਸੂ ਮਸੀਹ ਨੇ ਵੇਖਿਆ ਸੀ ਕਿ ਉਹ ਲੋਕ ਵਪਾਰ ਕਰ ਰਹੇ ਸੀ ਤਾਂ ਕਿੰਨਾ ਕ੍ਰੋਧਿਤ ਹੋਏ ਸੀ ਔਰ ਕਿਸ ਤਰ੍ਹਾਂ ਉਹਨਾਂ ਦੇ ਮੇਜ਼ ਉਲਟਾ ਛੱਡੇ ਸੀ। ਤਾਂ ਜਦ ਅਸੀਂ ਪਰਮੇਸ਼ਰ ਦੀ ਹੈਕਲ ਦੇ ਵਿੱਚ ਇੰਨਾ ਘਿਨਾਉਣਾ ਪਾਪ ਕਰਦੇ ਹਾਂ, ਉਸ ਹੈਕਲ ਨੂੰ ਅਸੀਂ ਇੱਕ ਵਿਭਚਾਰ ਦੀ ਦੁਕਾਨ ਬਣਾ ਛੱਡਿਆ, ਤਾਂ ਪਰਮੇਸ਼ਰ ਕਿੰਨਾ ਕ੍ਰੋਧਿਤ ਹੋਵੇਗਾ। ਤੇ ਜੇ ਪਰਮੇਸ਼ਰ ਕ੍ਰੋਧਿਤ ਆ ਮਤਲਬ ਅਸੀਂ ਸਵਰਗ ਨਹੀਂ ਜਾ ਸਕਦੇ, ਪਰ ਜੇ ਅਸੀਂ ਜਾਣਾ ਚਾਹੁੰਦੇ ਤਾਂ ਵਚਨ ਸਾਨੂੰ ਕਹਿੰਦਾ ਤੌਬਾ ਕਰ, ਇਕਰਾਰ ਕਰ, ਪਰਮੇਸ਼ਰ ਵਫਾਦਾਰ ਤੇ ਧਰਮੀ ਆ, ਉਹ ਤੁਹਾਨੂੰ ਮਾਫ ਕਰੇਗਾ। ਇਸ ਲਈ ਅੱਜ ਤੋਂ ਹੀ, ਹੁਣ ਤੋਂ, ਇਸੇ ਵੇਲੇ ਤੋਂ ਆਪਣੇ ਆਪ ਨੂੰ ਪਵਿੱਤਰ ਕਰ। ਹਾਲੇਲੂਇਆ। ਕੱਲ ਸਵੇਰ ਦੇ ਸਮੇਂ ਦੇ ਵਿੱਚ ਉਹਨਾਂ ਭੈਣਾਂ ਭਾਈਆਂ ਦੇ ਲਈ ਪ੍ਰਾਰਥਨਾ ਕੀਤੀ ਜਾਵੇਗੀ ਜਿਨ੍ਹਾਂ ਨੂੰ ਪ੍ਰਾਰਥਨਾ ਕਰਨੀ ਨਹੀਂ ਆਉਂਦੀ ਅਤੇ ਵਚਨ ਯਾਦ ਨਹੀਂ ਰਹਿੰਦਾ। ਬਹੁਤ ਸਾਰੇ ਭੈਣ ਭਾਈਆਂ ਦੀ ਰਿਕੁਐਸਟ ਸੀ ਕਿ ਸਾਨੂੰ ਵਚਨ ਯਾਦ ਨਹੀਂ ਰਹਿੰਦਾ, ਤਾਂ ਕੱਲ ਖਾਸ ਤੌਰ 'ਤੇ ਉਹਨਾਂ ਭੈਣਾਂ ਭਾਈਆਂ ਦੇ ਲਈ ਪ੍ਰਾਰਥਨਾ ਕੀਤੀ ਜਾਵੇਗੀ। ਤੁਸੀਂ ਆਪਣੇ ਨੇਮ YouTube ਕਮੈਂਟ ਦੇ ਦੁਆਰਾ ਜਾਂ ਫਿਰ ਫੋਨ ਕਾਲ ਦੇ ਦੁਆਰਾ ਲਿਖਵਾ ਸਕਦੇ ਹੋ, ਜੋ ਵੀ ਚਾਹੁੰਦੇ ਨੇ ਕਿ ਸਾਡੇ ਲਈ ਪ੍ਰਾਰਥਨਾ ਕੀਤੀ ਜਾਵੇਗੀ। ਤਾਂ ਅੱਜ ਦੇ ਵਚਨਾਂ ਦੇ ਦੁਆਰਾ ਪਰਮੇਸ਼ਰ ਦੀ ਹਜ਼ੂਰੀ ਵਿੱਚ ਪ੍ਰਾਰਥਨਾ ਕਰਾਂਗੇ। ਹਾਲੇਲੂਇਆ, 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 ਹਾਲੇਲੂਇਆ। ਧੰਨਵਾਦ, 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 ਧੰਨਵਾਦ। ਧੰਨਵਾਦ ਕਰਦੇ ਹਾਂ ਮਹਾਨ ਪਿਤਾ ਪਰਮੇਸ਼ਰ, ਸੱਚਮੁੱਚ ਤੁਹਾਡੀ ਹਜ਼ੂਰੀ ਦੇ ਵਿੱਚ ਝੁਕਦੇ ਹਾਂ ਪਿਤਾ ਪਰਮੇਸ਼ਰ, ਆਪਣੇ ਆਪ ਨੂੰ ਦੀਨ ਤੇ ਨਮਰ ਕਰਦੇ ਹੋਏ ਪਿਤਾ ਪਰਮੇਸ਼ਰ ਤੁਹਾਡੇ ਨਾਮ ਨੂੰ ਮਹਿਮਾ ਤੇ ਵਡਿਆਈ ਦਿੰਦੇ ਖੁਦਾਵੰਦ। ਸ਼ੁਕਰ ਕਰਦੇ ਪਰਮੇਸ਼ਰ ਪਿਤਾ ਅੱਜ ਦੇ ਦਿਨ ਦੀ ਕਿਰਪਾ ਦੇ ਲਈ, ਇਹਨਾਂ ਨਵੇਂ ਸਾਮਾਂ ਦੇ ਲਈ, ਇੱਕ ਹੋਰ ਨਵੇਂ ਮੌਕੇ ਦੇ ਲਈ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਹਾਂ। ਸੱਚਮੁੱਚ ਅਸੀਂ ਪਾਪੀ ਅਤੇ ਗੁਨਹਗਾਰ ਹਾਂ ਮੇਰੇ ਪਰਮੇਸ਼ਰ ਪਿਤਾ, ਜੋ ਆਪਣੇ ਸ਼ਬਦਾਂ ਦੁਆਰਾ, ਆਪਣੇ ਵੇਖਣ ਦੁਆਰਾ, ਆਪਣੇ ਬੋਲਣ ਦੁਆਰਾ ਅਨੇਕਾਂ ਹੀ ਪਾਪ ਕਰਦੇ ਹਾਂ। ਪਰ ਪ੍ਰਭੂ ਜੀ ਤੁਸੀਂ ਸੱਚਮੁੱਚ ਸਾਨੂੰ ਮਾਫ ਕਰਨ ਵਾਲੇ ਹੋ, ਤੁਸੀਂ ਆਜ਼ਾਦ ਕਰਨ ਵਾਲੇ ਹੋ, ਤੁਸੀਂ ਚੰਗਿਆ ਕਰਨ ਵਾਲੇ ਹੋ ਪਰਮੇਸ਼ਰ ਪਿਤਾ। ਔਰ ਅਸੀਂ ਵਿਸ਼ਵਾਸ ਕਰਦੇ ਮਹਾਨ ਪਰਮੇਸ਼ਰ, ਤੁਸੀਂ ਆਪਣੇ ਵਚਨ ਦੇ ਵਿੱਚ ਕਿਹਾ ਆ ਕਿ ਮੈਂ ਨਾ ਤਾਂ ਤੁਹਾਨੂੰ ਕਦੀ ਛੱਡਾਂਗਾ ਔਰ ਨਾ ਹੀ ਕਦੇ ਤਿਆਗਾਂਗਾ। ਸੱਚਮੁੱਚ ਖੁਦਾਵੰਦਾ, ਜਦੋਂ ਤੁਸੀਂ ਆਪਣੇ ਵਚਨਾਂ ਦੇ ਨਾਲ ਸਾਨੂੰ ਭਰਦੇ ਹੋ ਮੇਰੇ ਪ੍ਰਭੂ ਜੀ, ਆਪਣੇ ਵਚਨਾਂ ਨੂੰ ਸਾਡੇ ਮੂੰਹ ਦੇ ਅੰਦਰ ਪਾਉਂਦੇ ਹੋ ਪਰਮੇਸ਼ਰ ਪਿਤਾ, ਹਰ ਬਹੁਤਿਆਂ ਘਰਾਂ ਤੱਕ ਤੁਹਾਡੇ ਵਚਨ ਪਹੁੰਚਦੇ ਆ ਪ੍ਰਭੂ ਜੀ, ਔਰ ਬਹੁਤੀਆਂ ਰੂਹਾਂ ਇਹਨਾਂ ਵਚਨਾਂ ਨੂੰ ਸੁਣਦੀਆਂ ਔਰ ਨਜ਼ਾਤ ਨੂੰ ਪਾਉਂਦੀਆਂ ਪਰਮੇਸ਼ਰ ਪਿਤਾ। ਜਿੰਨੇ ਵੀ ਭੈਣ ਭਾਈ ਇਹਨਾਂ ਵਚਨਾਂ ਨੂੰ ਸੁਣਦੇ ਆ ਖੁਦਾਵੰਦ, ਅੱਜ ਉਹਨਾਂ ਸਾਰਿਆਂ ਨੂੰ ਸਿਰ ਦੇ ਵਾਲਾਂ ਤੋਂ ਲੈ ਕੇ ਪੈਰਾਂ ਦੀਆਂ ਤਲੀਆਂ ਤੱਕ ਤੁਹਾਡੇ ਜ਼ਿੰਦਾ ਲਹੂ ਦੇ ਵਿੱਚ ਕਵਰ ਕਰਦੇ ਔਰ ਵਿਸ਼ਵਾਸ ਕਰਦੇ ਆ ਕਿ ਇਹ ਵਾਅਦਾ ਇਹਨਾਂ ਦੇ ਨਾਲ ਪੂਰਾ ਹੁੰਦਾ ਪ੍ਰਭੂ ਜੀ। ਚਾਹੇ ਅੱਜ ਕਿਸੇ ਵੀ ਹਾਲਾਤ ਦੇ ਵਿੱਚ ਆ, ਚਾਹੇ ਅੱਜ ਇਹ ਬਿਮਾਰੀਆਂ ਦੇ ਨਾਲ ਲੜ ਰਿਹਾ ਪਰਮੇਸ਼ਰ ਪਿਤਾ, ਗਰੀਬੀ ਜਾਂ ਕਰਜ਼ੇ ਦੇ ਬੰਧਨਾਂ ਦੇ ਵਿੱਚ ਆ ਪਰਮੇਸ਼ਰ ਪਿਤਾ, ਅਸੀਂ ਵਿਸ਼ਵਾਸ ਕਰਦੇ ਕਿ ਤੁਸੀਂ ਇਹਨਾਂ ਦੇ ਨਾਲ ਹੀ ਹੋ ਮੇਰੇ ਪਿਤਾ ਪਰਮੇਸ਼ਰ। ਤੁਸੀਂ ਇਹਨਾਂ ਨੂੰ ਨਾ ਕਦੇ ਛੱਡਿਆ ਔਰ ਨਾ ਹੀ ਤਿਆਗਿਆ ਔਰ ਨਾ ਹੀ ਕਦੇ ਅੱਗੇ ਤਿਆਗੋਗੇ ਪ੍ਰਭੂ ਜੀ। ਵਿਸ਼ਵਾਸ ਕਰਦੇ ਮਹਾਨ ਪਿਤਾ, ਅੱਜ ਦੇ ਵਚਨਾਂ ਦੇ ਦੁਆਰਾ ਜੋ ਤੁਸੀਂ ਅੱਜ ਦਾ ਇਹ ਲੈਸਨ ਸਾਡੀ ਜ਼ਿੰਦਗੀ 'ਚ ਲੈ ਕੇ ਆਏ, ਸੱਚਮੁੱਚ ਵਿਚਾਰ ਇੱਕ ਅਜਿਹਾ ਕੀੜਾ ਹੈ ਮੇਰੇ ਪਿਤਾ ਜੋ ਅੱਜ ਹਰ ਘਰ ਦੇ ਅੰਦਰ ਵੜਨ ਦੀ ਕੋਸ਼ਿਸ਼ ਕਰ ਰਿਹਾ ਔਰ ਬਹੁਤਿਆਂ ਘਰਾਂ ਪਰਿਵਾਰਾਂ ਨੂੰ ਇਹ ਨਾਸ਼ ਕਰ ਚੁੱਕਿਆ ਪਰਮੇਸ਼ਰ ਪਿਤਾ। ਅੱਜ ਇਸ ਵਿਚਾਰ ਦੇ ਗੰਦੇ ਆਤਮਾ ਨੂੰ ਮਹਾਨ ਪਰਮੇਸ਼ਰ ਤੁਹਾਡੇ ਸਾਮਰਥੀ ਨਾਮ ਦੇ ਵਿੱਚ ਹੁਕਮ ਦਿੰਦੇ ਪਰਮੇਸ਼ਰ ਪਿਤਾ। ਜਿੰਨਿਆਂ ਵੀ ਘਰਾਂ ਦੇ ਵਿੱਚ ਇਸ ਵਿਭਚਾਰ ਦੀ ਲਾਨਤ ਨੇ ਅਟੈਕ ਕੀਤਾ ਪ੍ਰਭੂ ਜੀ, ਅੱਜ ਉਹਨਾਂ ਸਾਰਿਆਂ ਘਰਾਂ ਤੋਂ ਇਸ ਵਿਭਚਾਰ ਦੇ ਗੰਦੇ ਆਤਮਾ ਨੂੰ ਅਸੀਂ ਹੁਕਮ ਦਿੰਨੇ ਆ, ਇਸੇ ਘੜੀ ਕੈਂਸਲ ਆਊਟ ਇਨ ਦਾ ਨੇਮ ਆਫ ਜੀਸਸ ਕ੍ਰਾਈਸਟ ਪਿਤਾ ਪਰਮੇਸ਼ਰ। ਇਹਨਾਂ ਸਾਰੇ ਬੱਚਿਆਂ ਨੂੰ ਬਲੈਸ ਕਰੋ ਪ੍ਰਭੂ ਜੀ, ਕਿਉਂਕਿ ਤੁਸੀਂ ਆਪਣੇ ਵਚਨ ਦੇ ਦੁਆਰਾ ਦੱਸਿਆ ਕਿ ਵਿਭਚਾਰ ਤੋਂ ਭੱਜੋ, ਹਰਾਮਕਾਰੀ ਤੋਂ ਭੱਜੋ, ਕਿਉਂਕਿ ਇਹ ਪਾਪ ਆ ਜੋ ਤੁਹਾਡੇ ਸਰੀਰ ਨੂੰ ਸ਼ਰਾਪਿਤ ਕਰਦਾ ਆ। ਪਰ ਪ੍ਰਭੂ ਜੀ ਤੁਸੀਂ ਇਸ ਹੈਕਲ ਨੂੰ ਪਵਿੱਤਰ ਕੀਤਾ ਆ, ਤੁਸੀਂ ਇਸ ਹੈਕਲ ਨੂੰ ਆਰਾਧਨਾ ਦੇ ਲਈ ਬਣਾਇਆ ਪ੍ਰਭੂ ਜੀ। ਸੱਚਮੁੱਚ ਇਸ ਹੈਕਲ ਦੇ ਵਿੱਚ ਅਗਰ ਵਿਭਚਾਰ ਕੰਮ ਕਰੇਗਾ ਪਰਮੇਸ਼ਰ ਪਿਤਾ, ਤਾਂ ਤੁਹਾਡੇ ਬੱਚੇ ਅਸ਼ੁੱਧ ਹੋ ਜਾਣਗੇ ਔਰ ਅਸ਼ੁੱਧ ਸਰੀਰਾਂ ਦਾ ਸਵਰਗ ਵਿੱਚ ਵੜਨਾ ਨਾਮੁਮਕਿਨ ਆ ਪਿਤਾ ਪਰਮੇਸ਼ਰ। ਤੁਸੀਂ ਆਪਣੇ ਵਚਨ ਦੇ ਵਿੱਚ ਕਿਹਾ ਆ ਕਿ ਪਰਾਏ ਮਰਦ ਦਾ ਔਰ ਪਰਾਈ ਔਰਤ ਦਾ ਲਾਲਚ ਨਾ ਰੱਖ ਖੁਦਾਵੰਦ। ਜਿਨ੍ਹਾਂ ਭੈਣਾਂ ਭਾਈਆਂ ਦੇ ਮਨ ਦੇ ਵਿੱਚ ਵਿਭਚਾਰ ਦੀ ਬੁਰੀ ਆਤਮਾ ਕੰਮ ਕਰਦੀ ਖੁਦਾਵੰਦਾ, ਅੱਜ ਉਹਨਾਂ ਸਾਰੇ ਭੈਣਾਂ ਭਾਈਆਂ ਨੂੰ ਸਿਰ ਦੇ ਵਾਲਾਂ ਤੋਂ ਲੈ ਕੇ ਪੈਰਾਂ ਦੀਆਂ ਤਲੀਆਂ ਤੱਕ ਪਰਮੇਸ਼ਰ ਪਿਤਾ ਤੁਹਾਡੇ ਜ਼ਿੰਦਾ ਲਹੂ ਦੇ ਨਾਲ ਧੋ ਕੇ ਸ਼ੁੱਧ ਕਰਦੇ ਆ ਪ੍ਰਭੂ ਜੀ, ਕਿਉਂਕਿ ਤੁਸੀਂ ਵਚਨ ਦੇ ਵਿੱਚ ਕਿਹਾ ਆ ਕਿ ਧੰਨ ਆ ਉਹ ਇਨਸਾਨ ਜੋ ਆਪਣੇ ਵਸਤਰਾਂ ਨੂੰ ਧੋ ਕੇ ਸ਼ੁੱਧ ਕਰ ਲੈਂਦਾ ਆ। ਸੱਚਮੁੱਚ ਪ੍ਰਭੂ ਜੀ ਤੁਸੀਂ ਦੱਸਿਆ ਕਿ ਤੁਸੀਂ ਆਪਣੇ ਆਤਮਾ ਰੂਪੀ ਵਸਤਰਾਂ ਨੂੰ ਸ਼ੁੱਧ ਕਰੋ, ਕਿਉਂਕਿ ਇਹ ਜੋ ਦਾਗ ਆ ਪਰਮੇਸ਼ਰ ਪਿਤਾ, ਇਹ ਜੋ ਕੰਮ ਆ ਬੇਸ਼ੱਕ ਸਰੀਰ ਦੇ ਦੁਆਰਾ ਕੀਤਾ ਜਾਂਦਾ, ਪਰ ਆਤਮਾ ਉਹਦੇ ਕਰਕੇ ਬੇਹੱਦ ਦੁੱਖ ਪਾਵੇਗੀ। ਜੇ ਸਾਡਾ ਸਰੀਰ ਪਾਪ ਵਿੱਚ ਜਾਵੇਗਾ, ਸਾਡੀ ਆਤਮਾ ਬਚਾਈ ਨਾ ਜਾਵੇਗੀ। ਤਾਂ ਪਰਮੇਸ਼ਰ ਪਿਤਾ ਇਸ ਗੰਦੀ ਲਾਨਤ ਨੂੰ, ਇਸ ਕਲੰਕ ਨੂੰ ਪਰਮੇਸ਼ਰ ਪਿਤਾ ਇਹਨਾਂ ਘਰਾਂ ਪਰਿਵਾਰਾਂ ਤੋਂ ਆਜ਼ਾਦ ਕਰੋ, ਸ਼ੁੱਧ ਕਰੋ, ਕੈਂਸਲ ਆਊਟ ਕਰੋ ਪਰਮੇਸ਼ਰ
ਪਿਤਾ ਕੋਈ ਗੰਦੀ ਲਾਨਤ ਇਹਨਾਂ ਪਰਿਵਾਰਾਂ ਦੇ ਵਿੱਚ, ਇਹਨਾਂ ਸਰੀਰਾਂ ਦੇ ਵਿੱਚ ਕੰਮ ਨਾ ਕਰ ਸਕੇ। ਪ੍ਰਭੂ ਜੀ ਤੁਸੀਂ ਕਿਹਾ ਕਿ ਬੁਰੀ ਕਾਮਨਾ ਤੋਂ ਦੂਰ ਰਹੋ ਕਿਉਂਕਿ ਇਹ ਤੁਹਾਨੂੰ ਭ੍ਰਿਸ਼ਟ ਕਰਦੀ ਆ। ਅੱਜ ਇਹਨਾਂ ਦੇ ਮਨ ਦੀਆਂ ਬੁਰੀਆਂ ਸੋਚਾਂ, ਅੱਖਾਂ ਦਾ ਗਲਤ ਵੇਖਣਾ, ਕਦਮਾਂ ਦਾ ਗਲਤ ਜਗ੍ਹਾ ਤੇ ਜਾਣਾ ਔਰ ਹੱਥਾਂ ਦਾ ਗਲਤ ਕੰਮਾਂ ਨੂੰ ਕਰਨਾ ਯੀਸ਼ੂ ਦੇ ਨਾਮ ਦੇ ਵਿੱਚ ਕੈਂਸਲ ਹੋ ਜਾਵੇ। ਪਰਮੇਸ਼ਰ ਪਿਤਾ ਅੱਜ ਤੋਂ ਇਹਨਾਂ ਦੇ ਹੱਥ ਬਰਕਤ ਵਾਲੇ ਆ ਪ੍ਰਭੂ ਜੀ, ਇਹ ਬਰਕਤ ਵਾਲੇ ਕੰਮ ਕਰਨ ਪਿਤਾ, ਤੁਹਾਡੇ ਕੰਮਾਂ ਦੇ ਲਈ ਇਸਤੇਮਾਲ ਕੀਤੇ ਜਾਣ। ਇਹਨਾਂ ਦੇ ਸ਼ਬਦ ਪਵਿੱਤਰ ਹੋ ਜਾਣ ਪਰਮੇਸ਼ਰ ਪਿਤਾ, ਇਹਨਾਂ ਦਾ ਦੇਖਣਾ ਪਵਿੱਤਰ ਹੋ ਜਾਵੇ। ਸੱਚਮੁੱਚ ਅੱਜ ਤੋਂ ਇਹਨਾਂ ਘਰਾਂ ਪਰਿਵਾਰਾਂ ਦੇ ਵਿੱਚ ਪਰਮੇਸ਼ਰ ਪਿਤਾ ਤੁਹਾਡਾ ਆਤਮਾ ਕੰਮ ਕਰੇ ਔਰ ਤੁਹਾਡੇ ਭੈ ਦੇ ਅੰਦਰ ਚੱਲਦੇ ਹੋਏ ਪ੍ਰਭੂ ਜੀ ਇਹ ਸਾਰੇ ਗੰਦੇ ਕੰਮਾਂ ਨੂੰ ਤਿਆਗ ਦੇਣ, ਛੱਡ ਦੇਣ ਪਰਮੇਸ਼ਰ ਪਿਤਾ, ਕਿਉਂਕਿ ਤੁਸੀਂ ਵਚਨ ਦੇ ਵਿੱਚ ਕਿਹਾ ਆ ਕਿ ਧੋਖਾ ਨਾ ਖਾਓ, ਹਰਾਮਕਾਰ, ਵਿਭਚਾਰੀ ਔਰ ਮੂਰਤੀ ਪੂਜਕ ਕਦੇ ਵੀ ਪਰਮੇਸ਼ਰ ਦੇ ਰਾਜ ਦੇ ਅਧਿਕਾਰੀ ਨਾ ਹੋਣਗੇ। ਪਰ ਖੁਦਾਵੰਦ ਤੁਸੀਂ ਆਪਣੇ ਬੱਚਿਆਂ ਨੂੰ ਆਪਣੇ ਰਾਜ ਦੇ ਲਈ ਚੁਣਿਆ ਆ ਔਰ ਜੋ ਵੀ ਦੁਸ਼ਟ ਆਤਮਾ ਕਿਸੇ ਵੀ ਤਰੀਕੇ ਦੁਆਰਾ, ਚਾਹੇ ਵਿਭਚਾਰ ਦੁਆਰਾ, ਚਾਹੇ ਮੂਰਤੀ ਪੂਜਾ ਦੇ ਦੁਆਰਾ, ਚਾਹੇ ਕਿਸੇ ਵੀ ਹਰਾਮਕਾਰੀ ਦੇ ਦੁਆਰਾ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਉਸ ਸਵਰਗ ਦੇ ਰਾਜ ਨੂੰ ਖੋਣਾ ਚਾਹੁੰਦੀ ਆ, ਅੱਜ ਉਸ ਆਤਮਾ ਨੂੰ ਪਰਮੇਸ਼ਰ ਪਿਤਾ ਤੁਹਾਡੇ ਸਾਮਰਥੀ ਨਾਮ ਦੇ ਵਿੱਚ ਹੁਕਮ ਦਿੰਨੇ ਆ, ਇਸੇ ਘੜੀ ਕੈਂਸਲ ਆਊਟ ਇਨ ਦਾ ਨੇਮ ਆਫ ਜੀਸਸ ਕ੍ਰਾਈਸਟ। ਪਰਮੇਸ਼ਰ ਪਿਤਾ ਇਹਨਾਂ ਘਰਾਂ ਦੇ ਵਿੱਚ ਆਜ਼ਾਦੀ ਲੌਟ ਆਵੇ, ਪਵਿੱਤਰ ਆਤਮਾ ਉਤਰ ਆਵੇ ਪ੍ਰਭੂ ਜੀ, ਕਿਉਂਕਿ ਤੁਹਾਡੀ ਇੱਛਾ ਇਹੀ ਆ ਕਿ ਮੈਂ ਪਵਿੱਤਰ ਆ ਤੇ ਤੁਸੀਂ ਵੀ ਪਵਿੱਤਰ ਹੋ ਜਾਓ। ਖੁਦਾਵੰਦ ਜਦ ਬਾਪ ਪਵਿੱਤਰ ਆ ਤਾਂ ਬੇਟਾ ਵੀ ਉਸੇ ਰਾਹ ਤੇ ਚੱਲੇ। ਪਰਮੇਸ਼ਰ ਪਿਤਾ ਤੁਸੀਂ ਆਪਣੇ ਮਨ ਨੂੰ ਨਮਰ ਅਤੇ ਪ੍ਰੇਮ ਪੂਰਵਕ ਬਣਾਇਆ ਪਿਤਾ, ਤੁਸੀਂ ਵਫਾਦਾਰੀ ਔਰ ਧਾਰਮਿਕਤਾ ਦੀ ਚਾਲ ਚੱਲੇ। ਇਸੇ ਤਰ੍ਹਾਂ ਅੱਜ ਆਪਣੇ ਬੱਚਿਆਂ ਦੇ ਉੱਤੇ ਵੀ ਉਸੇ ਆਤਮਾ ਨੂੰ ਵਹਾ ਦਿਓ ਪਰਮੇਸ਼ਰ ਪਿਤਾ। ਅੱਜ ਤੋਂ ਇਹ ਬੱਚੇ ਤੁਹਾਡੇ ਰਾਹਾਂ ਤੇ ਚੱਲਣ ਵਾਲੇ ਹੋ ਜਾਣ, ਤੁਹਾਡੇ ਵਚਨਾਂ ਨੂੰ ਪੜਨ ਵਾਲੇ ਹੋ ਜਾਣ, ਤੁਹਾਡੇ ਕੰਮਾਂ ਨੂੰ ਕਰਨ ਵਾਲੇ ਹੋ ਜਾਣ ਪਿਤਾ। ਸੱਚਮੁੱਚ ਅੱਜ ਤੋਂ ਇਹਨਾਂ ਦੇ ਸਰੀਰ ਪਾਪ ਦੇ ਹਥਿਆਰ ਨਾ ਹੋਣ, ਪਾਪ ਦੇ ਕਰਕੇ ਨਾਸ਼ ਨਾ ਕੀਤੇ ਜਾਣ, ਪਰ ਤੁਹਾਡੀ ਕਿਰਪਾ ਦੇ ਅੰਦਰ ਹੋਣ ਪਿਤਾ, ਪਵਿੱਤਰਤਾਈ ਦੇ ਅੰਦਰ ਚੱਲਣ ਪਰਮੇਸ਼ਰ ਪ੍ਰਭੂ ਜੀ। ਖਾਸ ਤੌਰ ਤੇ ਇਹਨਾਂ ਵਚਨਾਂ ਦੇ ਦੁਆਰਾ ਪ੍ਰਾਰਥਨਾ ਕਰਦੇ ਤੁਹਾਡੇ ਬੇਟੇ ਅਨਿਲ ਕੁਮਾਰ ਦੇ ਲਈ ਪਰਮੇਸ਼ਰ ਪਿਤਾ, ਵਿਭਚਾਰ ਦੀ ਗੰਦੀ ਲਾਨਤ ਨੂੰ ਇਹਨਾਂ ਬੱਚਿਆਂ ਤੋਂ, ਇਹਨਾਂ ਦੇ ਘਰਾਣੇ ਤੋਂ, ਇਸ ਬੇਟੇ ਤੋਂ ਹਮੇਸ਼ਾ ਦੇ ਲਈ ਕੈਂਸਲ ਆਊਟ ਕਰਦੇ ਪਰਮੇਸ਼ਰ ਪਿਤਾ। ਇਸੇ ਘੜੀ ਵਫਾਦਾਰੀ ਦਾ ਆਤਮਾ ਦਿਓ ਮੇਰੇ ਪ੍ਰਭੂ ਜੀ, ਤਾਂ ਕਿ ਤੁਹਾਡਾ ਬੇਟਾ ਤੁਹਾਡੇ ਨਾਮ ਦੇ ਵਿੱਚ ਵਧੇ ਔਰ ਤੁਹਾਡੇ ਸਵਰਗ ਰਾਜ ਦਾ ਅਧਿਕਾਰੀ ਹੋਵੇ। ਖੁਦਾਵੰਦ ਖਾਸ ਤੌਰ ਤੇ ਪ੍ਰਾਰਥਨਾ ਕਰਦੇ ਆ ਤੁਹਾਡੇ ਬੇਟੇ ਸੋਨੀ ਸਿੰਘ ਦੇ ਲਈ ਮਹਾਨ ਪਰਮੇਸ਼ਰ ਪ੍ਰਭੂ ਜੀ, ਇਹਨਾਂ ਦਾ ਵੇਖਣਾ ਸ਼ੁੱਧ ਹੋ ਜਾਵੇ, ਇਹਨਾਂ ਦਾ ਹੱਥ ਸ਼ੁੱਧ ਹੋ ਜਾਣ ਤਾਂ ਕਿ ਉਹ ਹੱਥ ਤੁਹਾਡੇ ਕੰਮਾਂ ਦੇ ਵੱਲ ਜਾਣ ਪਿਤਾ। ਇਹਨਾਂ ਦੇ ਕਦਮ ਸ਼ੁੱਧ ਕਰੋ ਪ੍ਰਭੂ ਜੀ ਤਾਂ ਕਿ ਇਹਨਾਂ ਦੇ ਕਦਮ ਤੁਹਾਡੇ ਰਾਸਤਿਆਂ ਤੇ ਚੱਲਣ ਪਰਮੇਸ਼ਰ ਪਿਤਾ। ਇਹਨਾਂ ਦੇ ਮਨ ਦੇ ਵਿਚਾਰਾਂ ਨੂੰ ਸ਼ੁੱਧ ਕਰੋ ਪ੍ਰਭੂ ਜੀ, ਕਿਉਂਕਿ ਤੁਹਾਡਾ ਆਤਮਾ ਇਹਨਾਂ ਦੇ ਅੰਦਰ ਵਾਸ ਕਰੇ ਮੇਰੇ ਪਿਤਾ ਪਰਮੇਸ਼ਰ। ਔਰ ਜਦ ਵੀ ਬੇਟਾ ਤੁਹਾਡੇ ਕੰਮਾਂ ਦੇ ਲਈ ਬਾਹਰ ਨਿਕਲੇ ਪਰਮੇਸ਼ਰ ਪਿਤਾ, ਤੁਹਾਡੇ ਨਾਮ ਦੀ ਮਹਿਮਾ ਤੇ ਵਡਿਆਈ ਕੀਤੀ ਜਾਵੇ। ਖੁਦਾਵੰਦ ਪ੍ਰਾਰਥਨਾ ਕਰਦੇ ਬੇਟੀ ਸਰਬਜੀਤ ਕੌਰ ਦੇ ਲਈ ਪਰਮੇਸ਼ਰ ਪਿਤਾ, ਇਸੇ ਘੜੀ ਇਸ ਬੇਟੀ ਦੇ ਵਿੱਚੋਂ ਵਿਚਾਰ ਦਾ, ਲੜਾਈ ਦਾ ਆਤਮਾ ਕੈਂਸਲ ਹੋ ਜਾਵੇ ਪ੍ਰਭੂ ਜੀ। ਇਸ ਬੇਟੀ ਦੇ ਅੰਦਰ ਪਰਮੇਸ਼ਰ ਪਿਤਾ ਕੰਮ ਕਰਨ ਵਾਲੀ ਹਰ ਤਰ੍ਹਾਂ ਦੀ ਗੁੱਸੇ ਦੀ ਸਪਿਰਿਟ ਨੂੰ ਯੀਸ਼ੂ ਦੇ ਨਾਮ ਦੇ ਵਿੱਚ ਕੈਂਸਲ ਕਰਦੇ, ਆਪਸੀ ਪ੍ਰੇਮ ਨੂੰ, ਨਮਰਤਾ ਨੂੰ ਯੀਸ਼ੂ ਦੇ ਨਾਮ ਦੇ ਵਿੱਚ ਰਿਲੀਜ਼ ਕਰਦੇ ਮਹਾਨ ਪਰਮੇਸ਼ਰ। ਪ੍ਰਾਰਥਨਾ ਕਰਦੇ ਤੁਹਾਡੀ ਬੇਟੀ ਰਾਣੀ ਔਰ ਬੇਟੇ ਸੋਂਦੀ ਰਾਮ ਦੇ ਲਈ ਪਰਮੇਸ਼ਰ ਪਿਤਾ, ਇਸ ਹਸਬੈਂਡ ਵਾਈਫ ਨੂੰ ਬਲੈਸ ਕਰੋ ਮਹਾਨ ਪਰਮੇਸ਼ਰ, ਦੋਨਾਂ ਦੇ ਵਿਚਾਰਾਂ ਨੂੰ ਸ਼ੁੱਧ ਕਰੋ, ਆਪਸੀ ਪ੍ਰੇਮ ਬਣਾਓ ਪਿਤਾ। ਔਰ ਬਾਹਰੀ ਵਿਚਾਰਾਂ ਤੋਂ, ਬਾਹਰੀ ਲਾਲਚ ਤੋਂ, ਬਾਹਰੀ ਲੋਭ ਤੋਂ ਇਹਨਾਂ ਨੂੰ ਬਚਾਓ ਪ੍ਰਭੂ ਜੀ। ਵਿਚਾਰ ਦੇ ਗੰਦੇ ਆਤਮਾ ਤੋਂ ਆਜ਼ਾਦ ਕਰੋ ਮਹਾਨ ਪਰਮੇਸ਼ਰ ਪਿਤਾ, ਕਿਉਂਕਿ ਤੁਸੀਂ ਚੰਗੀਆਂ ਕਰਨ ਵਾਲੇ ਹੋ, ਤੁਸੀਂ ਆਜ਼ਾਦ ਕਰਨ ਵਾਲੇ ਹੋ ਪਰਮੇਸ਼ਰ ਪਿਤਾ। ਜਿਸ ਘਰ ਦੇ ਵਿੱਚ ਤੁਹਾਡਾ ਭੈ ਚੱਲਦਾ ਹੈ ਉਸ ਘਰ ਵਿੱਚ ਤੁਹਾਡੀ ਕਿਰਪਾ ਹੁੰਦੀ ਹੈ। ਇਸੇ ਤਰ੍ਹਾਂ ਇਹਨਾਂ ਘਰਾਂ ਪਰਿਵਾਰਾਂ ਦੇ ਵਿੱਚ ਘਰ ਦਾ ਹਰ ਇੱਕ ਮੈਂਬਰ ਤੁਹਾਡਾ ਭੈ ਮੰਨਣ ਵਾਲਾ ਹੋ ਜਾਵੇ, ਤੁਹਾਡੇ ਰਾਸਤਿਆਂ ਤੇ ਚੱਲਣ ਵਾਲਾ ਹੋ ਜਾਵੇ। ਇਹਨਾਂ ਦੇ ਕਦਮ ਤੁਹਾਡੇ ਰਾਹਾਂ ਤੇ ਚੱਲਣ, ਹੱਥ ਤੁਹਾਡੇ ਕੰਮ ਕਰਨ, ਅੱਖਾਂ ਤੁਹਾਡੇ ਵਚਨ ਪੜਨ ਔਰ ਸ਼ਬਦ ਤੁਹਾਡਾ ਨਾਮ ਲਵੇ, ਤੁਹਾਡੀ ਆਰਾਧਨਾ ਕਰੇ। ਅੱਜ ਤੋਂ ਹੀ ਇਹਨਾਂ ਸਾਰੇ ਘਰਾਂ ਪਰਿਵਾਰਾਂ ਦੇ ਉੱਤੇ ਤੁਹਾਡੀ ਕਿਰਪਾ, ਤੁਹਾਡੀ ਆਸ਼ੀਸ਼, ਤੁਹਾਡੀ ਬਰਕਤ ਨੂੰ ਮੰਗਦੇ ਹੋਏ ਮਹਾਨ ਪਿਤਾ, ਇਸ ਪ੍ਰਾਰਥਨਾ ਨੂੰ ਯੀਸ਼ੂ ਮਸੀਹਾ ਦੇ ਸਾਮਰਥੀ ਨਾਮ ਦੇ ਵਿੱਚ ਸਾਰੇ ਹੀ ਮਿਲ ਕੇ ਮੰਗਦੇ ਹਾਂ। ਆਮੇਨ, ਆਮੇਨ, ਆਮੇਨ।